ਤਿਹਾੜ ਜੇਲ੍ਹ ਦੇ ਵਿੱਚ ਸਤਿੰਦਰ ਜੈਨ ਨੂੰ ਮਸਾਜ ਦੇਣ ਦਾ ਮਾਮਲਾ ਜਿਹੜਾ ਹੈਗਾ ਉਹ ਪੱਖਿਆ ਹੋਇਆ ਹੈ। ਬੀਜੇਪੀ ਦਾ ਆਮ ਆਦਮੀ ਪਾਰਟੀ ਤੇ ਗੰਭੀਰ ਇਲਜ਼ਾਮ ਸਾਹਮਣੇ ਆਇਆ ਹੈ। ਬੀਜੇਪੀ ਕਹਿ ਰਹੀ ਹੈ ਕਿ ਤਿਹਾੜ ਜੇਲ੍ਹ ਦੇ ਵਿੱਚ ਸਤਿੰਦਰ ਜੈਨ ਨੂੰ ਜਿਹੜਾ ਮਸਾਜ ਦੇਣ ਵਾਲਾ ਸੀ ਉਹ ਰੇਪ ਦਾ ਮੁਲਜ਼ਮ ਹੈ। ਜੀ ਹਾਂ, ਬੀਜੇਪੀ ਨੇ ਗੰਭੀਰ ਇਲਜ਼ਾਮ ਲਾਇਆ ਆਮ ਆਦਮੀ ਪਾਰਟੀ ਦੇ ਉੱਤੇ। ਤੇ ਤਿਹਾੜ ਜੇਲ੍ਹ ਦੇ ਵਿੱਚ ਸਤਿੰਦਰ ਜੈਨ ਨੂੰ ਮਸਾਜ ਦੇਣ ਦਾ ਵੀਡੀਓ ਜਾਰੀ ਹੋਇਆ ਸੀਗਾ। ਪੋਕਸੋ एक्ट ਦੇ ਵਿੱਚ ਰੇਪ ਦਾ ਮੁਲਜ਼ਮ ਹੈ ਮਸਾਜ ਦੇਣ ਵਾਲਾ। ਬੀਜੇਪੀ ਇਲਜ਼ਾਮ ਲਾ ਰਹੀ ਹੈ ਨਾਬਾਲਿਗ ਦੇ ਨਾਲ ਰੇਪ ਦਾ ਮੁਲਜ਼ਮ ਮਸਾਜ ਕਰ ਰਿਹਾ ਸੀ। ਮਸਾਜ ਦੇਣ ਵਾਲਾ ਫਿਜ਼ੀਓਥੈਰੇਪਿਸਟ ਨਹੀਂ ਹੈ। ਬੀਜੇਪੀ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਇਲਜ਼ਾਮ ਲਾਇਆ। ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਸਫਾਈ ਹੋ ਰਹੀ ਹੈ। ਆਮ ਆਦਮੀ ਨੇ ਬੀਜੇਪੀ ਤੇ ਬਿਮਾਰੀ ਦਾ ਮਜ਼ਾਕ ਬਣਾ ਕੇ ਸਸਤੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਸੀ, ਪਰ ਬੀਜੇਪੀ ਨੇ पलटवार किया है। पलटवार करदे साफ तौर पर इल्जाम लाया कि जिहड़ा मसाज देने वाला वो कोई फिजियोथेरेपिस्ट नहीं है, वो नाबालिग दे नाल जबर जिना दा मुलजम है। ये जो मंत्री है सतेंद्र जैन, इस मंत्री को एक सेकंड भी मंत्री पद पर बने रहने का कोई हक नहीं है। और ये मैं इसलिए कहता हूं क्योंकि जब हमने ये मुद्दा उठाया कि अंदर मसाज चंपी चल रही है, एक चंपी सर पे होती है, उसका रीढ़ की हड्डी से कोई लेना देना नहीं। ये जो व्यक्ति मालिश कर रहा है सतेंद्र जैन की, चंपी कर रहा है, ये एक अभियुक्त है एक संगीन जघन्य अपराध के मामले में। पॉक्सो एक्ट, प्रिवेंशन प्रोटेक्शन ऑफ चिल्ड्रन फ्रॉम सेक्सुअल ऑफेंसेस एक्ट और तमाम और धाराएं हैं जिसका मुकदमा इस पे चल रहा है। तो आज ये जरूर पूछा जाएगा कि ऐसा व्यक्ति जो कि अभियुक्त है इतने संगीन अपराध में, एक सिटिंग मंत्री को सतेंद्र जैन, जिनको कट्टर ईमानदार का सर्टिफिकेट अरविंद केजरीवाल देते हैं, ये अभियुक्त दूसरे अभियुक्त कट्टर बेईमान को मसाज कैसे दे। सो बीजेपी संगीन इल्जाम लगा रही है आम आदमी पार्टी के उत्ते और साफ तौर पर इल्जाम लाया कि जिहड़ा ये मसाज कर रहे हैं कोई फिजियोथेरेपिस्ट नहीं है। ਇਹ ਸ਼ਖਸ ਨਾਬਾਲਿਗ ਦੇ ਨਾਲ ਜ਼ਬਰ ਜਿਨਾ ਦਾ ਮੁਲਜ਼ਮ ਹੈ। ਨਾਬਾਲਿਗ ਦੇ ਨਾਲ ਜ਼ਬਰ ਜਿਨਾ ਦੇ ਮਾਮਲੇ ਵਿੱਚ ਪੋਕਸੋ ਐਕਟ ਦੇ ਤਹਿਤ ਜਿਹੜਾ ਹੈਗਾ ਇਸ ਨੂੰ ਸਜ਼ਾ ਜਿਹੜੀ ਹੈਗੀ ਉਹ ਦਿੱਤੀ ਗਈ ਹੈ। ਸੰਗੀਨ ਇਲਜ਼ਾਮ ਬੀਜੇਪੀ ਦਾ ਸ਼ਹਿਜ਼ਾਦ ਪੂਨਾਵਾਲਾ ਨੇ ਲਾਇਆ। ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਨਾਬਾਲਿਗ ਦੇ ਨਾਲ ਰੇਪ ਦਾ ਮੁਲਜ਼ਮ ਮਸਾਜ ਕਰ ਰਿਹਾ ਹੈ। ਮਸਾਜ ਦੇਣ ਵਾਲਾ ਫਿਜ਼ੀਓਥੈਰੇਪਿਸਟ ਨਹੀਂ ਹੈ। ਤੁਹਾਨੂੰ ਦੱਸਦੀ ਹੈ ਕਿ ਜਦੋਂ ਸ਼ੁਰੂਆਤ ਦੇ ਵਿੱਚ ਇਹ ਵੀਡੀਓ ਆਇਆ ਸੀ, ਆਮ ਆਦਮੀ ਪਾਰਟੀ ਵੱਲੋਂ ਇਹ ਸਫਾਈ ਦਿੱਤੀ ਗਈ ਸੀ कि ਇਹ ਫਿਜ਼ੀਓਥੈਰੇਪਿਸਟ ਹੈ। ਸਤਿੰਦਰ ਜੈਨ ਦੀ ਸਿਹਤ ਜਿਹੜੀ ਹੈਗੀ ਹੈ ਠੀਕ ਨਹੀਂ ਰਹਿੰਦੀ, ਇਸ ਕਰਕੇ ਫਿਜ਼ੀਓਥੈਰੇਪਿਸਟ ਜਿਹੜਾ ਹੈਗਾ ਉਹਨਾਂ ਨੂੰ ਮਸਾਜ ਦੇ ਰਿਹਾ ਹੈ। ਫਿਜ਼ੀਓਥੈਰੇਪਿਸਟ ਦੱਸਿਆ ਗਿਆ ਸੀ ਇਸ ਸ਼ਖਸ ਨੂੰ ਔਰ ਨਾਲ ਹੀ ਇਲਜ਼ਾਮ ਇਹ ਲਾਇਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਬਿਮਾਰੀ ਦਾ ਮਜ਼ਾਕ ਉਡਾ ਕੇ ਸਸਤੀ ਮਸ਼ਹੂਰੀ ਹਾਸਲ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਸੀਗਾ, ਪਰ ਇਸ ਸਭ ਦੇ ਵਿਚਾਲੇ ਹੁਣ ਬੀਜੇਪੀ ਨੇ ਵਾਪਸ ਹਮਲਾਵਰ ਰੁਖ ਅਪਣਾਇਆ ਹੈ ਔਰ ਸਾਫ਼ ਤੌਰ ਤੇ ਕਿਹਾ ਹੈ ਕਿ ਕੋਈ ਫਿਜ਼ੀਓਥੈਰੇਪਿਸਟ ਨਹੀਂ, ਇਹ ਤਾਂ ਰੇਪ ਦਾ ਮੁਲਜ਼ਮ ਹੈ। ਉਧਰ ਆਨੰਦ ਮੈਰਿਜ ਐਕਟ ਦੇ ਵਿੱਚ ਸੋਧ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਨਜ਼ਰ ਆ ਰਹੀ ਹੈ। ਗ੍ਰਹਿ ਵਿਭਾਗ ਖਰੜਾ ਤਿਆਰ ਕਰ ਰਿਹਾ ਹੈ। ਅਗਲੀ ਕੈਬਨਿਟ ਵਿੱਚ ਮਨਜ਼ੂਰੀ ਮਿਲ ਸਕਦੀ ਹੈ। ਨਵੀਂ ਸੋਧ ਦੇ ਮੁਤਾਬਕ ਐਕਟ ਦੇ ਤਹਿਤ ਕਿਤੇ ਵੀ ਰਜਿਸਟਰ ਹੋ ਸਕੇਗਾ ਵਿਆਹ। ਸੀਐਮ ਮਾਨ ਨੇ ਐਕਟ ਮੁਕੰਮਲ ਤੌਰ ਤੇ ਲਾਗੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਖਰੜੇ ਤੇ ਹਜੇ ਕੰਮ ਚੱਲ ਰਿਹਾ ਹੈ। ਆਨੰਦ ਮੈਰਿਜ ਐਕਟ ਦੀ ਅਸੀਂ ਗੱਲ ਕਰ ਰਹੇ ਹਾਂ। ਪੰਜਾਬ ਸਰਕਾਰ ਆਨੰਦ ਮੈਰਿਜ ਐਕਟ ਦੇ ਵਿੱਚ ਸੋਧ ਦੀ ਤਿਆਰੀ ਦੇ ਵਿੱਚ ਹੈ। ਪੰਜਾਬ ਸਰਕਾਰ ਗ੍ਰਹਿ ਮਹਿਕਮਾ ਤਿਆਰੀ ਕਰ ਰਿਹਾ, ਖਰੜਾ ਤਿਆਰ ਕਰ ਰਿਹਾ ਤੇ ਖਰੜਾ ਤਿਆਰ ਹੋਣ ਤੋਂ ਬਾਅਦ ਅਗਲੀ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਮਿਲ ਸਕਦੀ ਹੈ। ਪੰਕਜ ਕਪਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੇਰੇ ਨਾਲ ਇਸ ਵੇਲੇ ਜੁੜ ਰਹੇ ਨੇ। ਪੰਕਜ, ਕਿਸ ਤਰੀਕੇ ਦੀ ਸੋਧ ਕੀਤੀ ਜਾ ਰਹੀ ਹੈ ਔਰ ਕਦੋਂ ਤੱਕ ਆਨੰਦ ਮੈਰਿਜ ਐਕਟ ਜਿਹੜਾ ਹੈਗਾ ਉਹ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਸਕਦਾ ਹੈ?
ਦੇਖੋ ਗਗਨ, 2016 ਦੇ ਵਿੱਚ ਪੰਜਾਬ ਦੇ ਵਿੱਚ ਆਨੰਦ ਮੈਰਿਜ ਐਕਟ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਵੇਲੇ ਲਿਆਂਦਾ ਗਿਆ ਸੀਗਾ, ਲੇਕਿਨ ਇੱਕ ਤਾਂ ਇਸ ਦਾ ਪ੍ਰਚਾਰ ਨਹੀਂ ਕੀਤਾ ਗਿਆ ਔਰ ਇੱਕ ਇਸ ਦਾ ਪੂਰਾ ਖਰੜਾ ਤਿਆਰ ਨਹੀਂ ਸੀਗਾ। ਔਰ ਇਸੇ ਵਜ੍ਹਾ ਕਰਕੇ 2016 ਤੋਂ ਲੈ ਕੇ 2022 ਚ ਲਗਭਗ 6 ਸਾਲਾਂ ਦੇ ਵਿੱਚ ਜ਼ਿਆਦਾ ਜਿਹੜੇ ਨੇ ਲੋਕ ਇਸ ਬਾਬਤ ਜਾਣਕਾਰੀ ਨਹੀਂ ਰੱਖਦੇ ਜਾਂ ਜ਼ਿਆਦਾ ਲੋਕ ਇਸ ਬਾਬਤ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ। ਲੇਕਿਨ ਜਦੋਂ ਗੁਰਪੁਰਬ ਦੇ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਕਿ ਅਸੀਂ ਆਨੰਦ ਮੈਰਿਜ ਐਕਟ ਦਾ ਪੂਰਾ ਖਰੜਾ ਤਿਆਰ ਕਰ ਰਹੇ ਹਾਂ, ਡਰਾਫਟ ਤਿਆਰ ਕਰ ਰਹੇ ਹਾਂ ਔਰ ਜਲਦ ਇਸ ਨੂੰ ਲਾਗੂ ਕੀਤਾ ਜਾਏਗਾ, ਡਿਟੇਲ ਦੇ ਵਿੱਚ ਲਾਗੂ ਕੀਤਾ ਜਾਏਗਾ। ਡਿਟੇਲ 'ਚ ਗਗਨ ਇਸ ਕਰਕੇ ਕਿਹਾ ਕਿਉਂਕਿ ਆਨੰਦ ਮੈਰਿਜ ਐਕਟ ਰਜਿਸਟਰ ਕਰਾਉਣ ਤੋਂ ਬਾਅਦ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਜਾਂ NRI ਨੇ ਉਹਨਾਂ ਨੂੰ ਉੱਥੇ ਜਾ ਕੇ ਦਿੱਕਤ ਆਉਂਦੀ ਹੈ, ਉੱਥੇ ਜਾ ਕੇ ਜਿਹੜੀ ਹੈ ਸਾਹਮਣਾ ਕਰਨਾ ਪੈਂਦਾ ਹੈ ਕਿ ਹਿੰਦੂ ਮੈਰਿਜ ਐਕਟ ਹੈ, ਆਨੰਦ ਮੈਰਿਜ ਐਕਟ ਹੈ, ਕਿਵੇਂ ਹੈ। ਤਾਂ ਇਸ ਵਜ੍ਹਾ ਕਰਕੇ ਵੀ ਲੋਕ ਜਿਹੜੇ ਨੇ ਉਹ ਜ਼ਿਆਦਾ ਰਜਿਸਟਰ ਨਹੀਂ ਕਰਵਾ ਰਹੇ। ਤਾਂ ਹੁਣ ਜਿਹੜਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦਾ ਆਨੰਦ ਮੈਰਿਜ ਐਕਟ ਹੋਏਗਾ, ਇਸ ਦੇ ਵਿੱਚ ਕੀ ਤਬਦੀਲੀਆਂ ਕੀਤੀਆਂ ਜਾਣਗੀਆਂ, ਕੀ ਕੁਝ ਹੋਏਗਾ, ਇਸ ਦੇ ਵਿੱਚ ਸਿੱਖ ਬੁੱਧੀਜੀਵੀ ਅਤੇ ਸਰਕਾਰ ਦੇ ਜਿਹੜੇ IAS ਆਫੀਸਰ ਨੇ, ਹੋਮ ਮਿਨਿਸਟਰੀ ਇਸ ਬਾਬਤ ਜਿਹੜਾ ਇੱਕ ਪੂਰਾ ਡਰਾਫਟ ਤਿਆਰ ਕਰ ਰਹੀ ਹੈ ਔਰ ਅਗਲੀ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਨਿਊਜ਼ 18 ਦੇ ਟੌਪ ਸੋਰਸਿਸ ਜਿਹੜੇ ਨੇ CMO ਦੇ ਉਹ ਜਾਣਕਾਰੀ ਸਾਂਝੀ ਕਰ ਰਹੇ ਨੇ। ਬਿਲਕੁਲ ਅਗਲੀ ਕੈਬਨਿਟ ਦੇ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਔਰ ਜਿਸ ਤਰੀਕੇ ਪੰਕਜ ਦੱਸ ਰਹੇ ਸੀਗੇ ਕਿ ਜਿਹੜੇ ਦਿੱਕਤਾਂ ਆਉਂਦੀਆਂ ਸੀਗੀਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਖਰੜਾ ਨਵਾਂ ਤਿਆਰ ਕੀਤਾ ਜਾ ਰਿਹਾ ਔਰ ਅਗਲੀ ਕੈਬਨਿਟ ਵਿੱਚ ਮਨਜ਼ੂਰੀ ਮਿਲ ਸਕਦੀ ਹੈ। ਬਹੁਤ ਸ਼ੁਕਰੀਆ ਪੰਕਜ ਇਸ तमाम ਜਾਣਕਾਰੀ ਦੇ ਲਈ। ਪੰਕਜ ਕਪਾਹੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ। ਆਨੰਦ ਮੈਰਿਜ ਐਕਟ ਦੇ ਵਿੱਚ ਸੋਧ ਦੀ ਤਿਆਰੀ ਪੰਜਾਬ ਸਰਕਾਰ ਕਰ ਰਹੀ ਹੈ। ਜਿਹੜੀ ਦਿੱਕਤਾਂ ਦਰਪੇਸ਼ ਆ ਰਹੀਆਂ ਸਨ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਨਵਾਂ ਖਰੜਾ ਜਿਹੜਾ ਹੈਗਾ ਇੱਕ ਤਿਆਰ ਕੀਤਾ ਜਾ ਰਿਹਾ, ਡਰਾਫਟ ਤਿਆਰ ਕੀਤਾ ਜਾ ਰਿਹਾ ਔਰ ਉਸ ਨੂੰ ਨੈਕਸਟ ਕੈਬਨਿਟ ਦੇ ਵਿੱਚ ਜਿਹੜਾ ਹੈਗਾ ਮਨਜ਼ੂਰੀ ਦਿੱਤੀ ਜਾ ਸਕਦੀ ਹੈ। CM ਨੇ ਐਲਾਨ ਕੀਤਾ ਸੀਗਾ ਕਿ ਆਨੰਦ ਮੈਰਿਜ ਐਕਟ ਨੂੰ ਜਿਹੜਾ ਹੈਗਾ ਮੁਕੰਮਲ ਤੌਰ ਤੇ ਲਾਗੂ ਕੀਤਾ ਜਾਵੇਗਾ ਔਰ ਇਸ ਸਭ ਦੇ ਵਿਚਾਲੇ ਆਨੰਦ ਮੈਰਿਜ ਐਕਟ ਦੇ ਲਈ ਸੋਧ ਜਿਹੜਾ ਹੈਗਾ ਉਹ ਕੀਤੀ ਜਾ ਰਹੀ ਹੈ, ਖਰੜਾ ਜਿਹੜਾ ਹੈਗਾ ਨਵਾਂ ਤਿਆਰ ਕੀਤਾ ਜਾ ਰਿਹਾ। ਉਧਰ BJP ਦੇ ਸਾਂਸਦ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖੀ ਹੈ। ਗੁਰਦੁਆਰਿਆਂ ਦੇ ਗ੍ਰੰਥੀਆਂ ਤੇ ਮੰਦਿਰਾਂ ਦੇ ਵਿੱਚ ਪੁਜਾਰੀਆਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ ਹੈ। ਪ੍ਰਵੇਸ਼ ਵਰਮਾ ਨੇ BJP ਦੇ ਸਾਂਸਦ ਨੇ ਪ੍ਰਵੇਸ਼ ਵਰਮਾ, ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਇਹ ਚਿੱਠੀ ਲਿਖੀ ਹੈ। ਗੁਰਦੁਆਰਿਆਂ ਦੇ ਗ੍ਰੰਥੀਆਂ ਅਤੇ ਮੰਦਿਰ ਦੇ ਪੁਜਾਰੀਆਂ ਦੀਆਂ ਤਨਖਾਹ ਵਧਾਉਣ ਦੀ ਮੰਗ ਕੀਤੀ ਹੈ। ਮਸਜਿਦਾਂ ਦੇ ਮੌਲਵੀਆਂ ਦੀ ਤਰਜ਼ ਤੇ ਤਨਖਾਹ ਵਿੱਚ ਵਾਧੇ ਦੀ ਮੰਗ ਕੀਤੀ ਹੈ। ਧਰਮ ਦੇ ਆਧਾਰ ਤੇ ਭੇਦਭਾਵ ਠੀਕ ਨਹੀਂ ਹੈ। ਇੱਕ ਧਰਮ ਨੂੰ ਟੈਕਸ ਦੇ ਪੈਸੇ ਦੇਣੇ ਠੀਕ ਨਹੀਂ। ਮੌਲਵੀਆਂ ਨੂੰ ਹਰ ਮਹੀਨੇ 42,000 ਸੈਲਰੀ ਦੇ ਰਹੀ ਹੈ ਦਿੱਲੀ ਸਰਕਾਰ ਤੇ ਇਸ ਨੂੰ ਆਧਾਰ ਬਣਾ ਕੇ ਪ੍ਰਵੇਸ਼ ਵਰਮਾ ਨੇ ਇਹ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਨੂੰ। कोई भी मुख्यमंत्री केवल एक धर्म के लिए काम नहीं कर सकता और वो भी टैक्स के पैसे से। अगर दिल्ली के लोगों को इतना टैक्स देते हैं और वो केवल एक ही धर्म के लोगों को खुश करने में लगा हुआ है, केवल मस्जिद के मौलवियों को और मौज़ीनों को वो अपनी सैलरी दे रहा है, हर महीने 42,000 रुपये की सैलरी दे रहा है, तो ये कोई भी बर्दाश्त नहीं करेगा। अगर आपको देना है तो मस्जिद के मौलवी को भी दें, तो मंदिर के पुजारी को भी दें और फिर गुरुद्वारे के ग्रंथी को भी दें, फिर हमारे चर्च के पादरियों को भी दें। तो सभी धर्म के लोगों को दे, केवल एक धर्म के लोगों को नहीं देना चाहिए। आपको कोई अधिकार नहीं देता है कि आप केवल वक्फ बोर्ड को मालामाल करने में लगे हुए हैं। उनको सैकड़ों एकड़ ज़मीन दे दी है और उनको हज़ारों करोड़ रुपए दे दिया है और अभी तक पिछले 5 साल में 101 करोड़ रुपए की सैलरी केवल मस्जिदों में जा चुकी है। तो ये कौन बर्दाश्त करेगा? ये सारी ज़मीनों में कल को और मदरसे बनेंगे और मस्जिद बनेंगे और कब्रिस्तान बनेंगे तो दिल्ली की सूरत